ਸਤਿ ਸ੍ਰੀ ਅਕਾਲ। ਇਹ ਜਾਣਕਾਰੀ ਗਗਨ ਅਰੋੜਾ ਦੁਆਰਾ ਦਿੱਤੀ ਗਈ ਹੈ। ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੰਟੈਂਟ ਪਸੰਦ ਹੈ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਖੈਰ, ਆਮ ਤੌਰ ਤੇ ਜਦੋਂ ਆਪਾਂ ਭਾਰਤ ਦਾ ਨਕਸ਼ਾ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇਹ ਰਾਜਾਂ ਦੀਆਂ ਸਰਹੱਦਾਂ ਹਮੇਸ਼ਾ ਤੋਂ ਹੀ ਇਵੇਂ ਸਨ ਜਿਵੇਂ ਪੱਥਰ ਤੇ ਲਕੀਰ ਹੋਣ। ਪਰ ਸੱਚਾਈ ਇਹ ਹੈ ਕਿ ਇਹ ਨਕਸ਼ਾ ਅਸਲ ਵਿੱਚ ਇੱਕ ਪੈਨਸਿਲ ਨਾਲ ਬਣਾਇਆ ਗਿਆ ਹੈ। ਇੱਕ ਅਜਿਹਾ ਨਕਸ਼ਾ ਜਿਸ ਨੂੰ ਬਦਲਿਆ ਜਾ ਸਕਦਾ ਹੈ ਅਤੇ ਅੱਜ ਆਪਾਂ ਇਹੀ ਸਮਝਾਂਗੇ ਕਿ ਇਹ ਕਿਵੇਂ ਹੁੰਦਾ ਹੈ। ਇਹ ਲਾਈਨ ਇਹ ਭਾਰਤ ਦੇ ਪੂਰੇ ਸਿਆਸੀ ਢਾਂਚੇ ਦਾ ਸਾਰ ਹੈ। ਸੁਣਨ ਨੂੰ ਥੋੜਾ ਅਜੀਬ ਲੱਗਦਾ ਹੈ ਨਾ ਕਿ ਇੱਕ ਪਾਸੇ ਤਾਂ ਯੂਨੀਅਨ ਅਟੁੱਟ ਹੈ ਪਰ ਉਸਦੇ ਆਪਣੇ ਹਿੱਸੇ ਯਾਨੀ ਕਿ ਰਾਜ ਉਹ ਟੁੱਟ ਸਕਦੇ ਨੇ। ਚਲੋ ਇਸ ਪੁਜਾਰਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਵਾਲ ਇਹੀ ਉੱਠਦਾ ਹੈ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਰਾਜ ਡਿਸਟਰਕਟੇਬਲ ਜਾਂ ਟੁੱਟਣ ਯੋਗ ਹੈ ਤਾਂ ਇਸ ਦਾ ਅਸਲ ਮਤਲਬ ਕੀ ਹੈ? ਕਿ ਇੱਕ ਰਾਜ ਨੂੰ ਸੱਚਮੁੱਚ ਖਤਮ ਕੀਤਾ ਜਾ ਸਕਦਾ ਹੈ? ਇਸ ਦਾ ਜਵਾਬ ਸਾਨੂੰ ਕਿਤੇ ਹੋਰ ਨਹੀਂ ਸਗੋਂ ਭਾਰਤ ਦੇ ਸੰਵਿਧਾਨ ਵਿੱਚ ਹੀ ਮਿਲਦਾ ਹੈ। ਤਾਂ ਚਲੋ ਇਸ ਦੇ ਤਹਿ ਤੱਕ ਚੱਲਦੇ ਹਾਂ। ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਰਾਜਾਂ ਦੀ ਇੱਕ ਯੂਨੀਅਨ ਹੋਣ ਦਾ ਕੀ ਮਤਲਬ ਹੈ। ਇਸ ਸਭ ਦੀ ਨੀਂਹ ਸੰਵਿਧਾਨ ਦੇ ਆਰਟੀਕਲ 1 ਵਿੱਚ ਰੱਖੀ ਗਈ ਹੈ। ਦੇਖੋ, ਇੱਥੇ ਯੂਨੀਅਨ ਸ਼ਬਦ ਬਹੁਤ ਮਾਇਨੇ ਰੱਖਦਾ ਹੈ। ਸੰਵਿਧਾਨ ਬਣਾਉਣ ਵਾਲਿਆਂ ਨੇ ਫੈਡਰੇਸ਼ਨ ਦੀ ਥਾਂ ਯੂਨੀਅਨ ਸ਼ਬਦ ਵਰਤਿਆ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਭਾਰਤੀ ਰਾਜਾਂ ਨੂੰ ਦੇਸ਼ ਤੋਂ ਵੱਖ ਹੋਣ ਦਾ ਕੋਈ ਹੱਕ ਨਹੀਂ ਹੈ। ਦੇਸ਼ ਇੱਕ ਹੈ, ਅਟੁੱਟ ਹੈ ਅਤੇ ਰਾਜ ਸਿਰਫ ਪ੍ਰਸ਼ਾਸਨਿਕ ਸਹੂਲਤ ਲਈ ਬਣਾਈਆਂ ਗਈਆਂ ਇਕਾਈਆਂ ਹਨ। ਤੇ ਇਹ ਯੂਨੀਅਨ ਤਿੰਨ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ: ਸਾਡੇ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਉਹ ਕੋਈ ਵੀ ਇਲਾਕਾ ਜੋ ਭਾਰਤ ਭਵਿੱਖ ਵਿੱਚ ਹਾਸਿਲ ਕਰ ਸਕਦਾ ਹੈ। ਇਹ ਬੁਨਿਆਦੀ ਢਾਂਚਾ ਹੀ ਅਗਲੀ ਸਾਰੀ ਗੱਲਬਾਤ ਦੀ ਨੀਂਹ ਰੱਖਦਾ ਹੈ। ਹੁਣ ਆਉਂਦੇ ਹਾਂ ਅਸਲ ਗੱਲ ਤੇ। ਨਕਸ਼ਾ ਬਦਲਣ ਦੀ ਸ਼ਕਤੀ। ਇਹ ਉਹ ਤਾਕਤ ਹੈ ਜੋ ਭਾਰਤ ਦੇ ਅੰਦਰੂਨੀ ਸਿਆਸੀ ਨਕਸ਼ੇ ਨੂੰ ਜਦੋਂ ਚਾਹੇ ਮੁੜ ਤੋਂ ਬਣਾ ਸਕਦੀ ਹੈ ਔਰ ਇਹ ਤਾਕਤ ਸਿੱਧੀ ਸੰਵਿਧਾਨ ਤੋਂ ਮਿਲਦੀ ਹੈ। ਇਹ ਸ਼ਕਤੀ ਕਿਸੇ ਹੋਰ ਕੋਲ ਨਹੀਂ ਸਗੋਂ ਭਾਰਤ ਦੀ ਸੰਸਦ ਕੋਲ ਹੈ। ਸੰਵਿਧਾਨ ਦੇ ਆਰਟੀਕਲ 2 ਅਤੇ 3 ਸੰਸਦ ਨੂੰ ਇਹ ਪੂਰਾ ਅਧਿਕਾਰ ਦਿੰਦੇ ਹਨ ਕਿ ਉਹ ਨਵੇਂ ਰਾਜ ਬਣਾ ਸਕਦੀ ਹੈ, ਮੌਜੂਦਾ ਰਾਜਾਂ ਵਿੱਚ ਫੇਰਬਦਲ ਕਰ ਸਕਦੀ ਹੈ ਜਾਂ ਉਹਨਾਂ ਨੂੰ ਖਤਮ ਵੀ ਕਰ ਸਕਦੀ ਹੈ। ਅਤੇ ਸ਼ਕਤੀ ਕਿੰਨੀ ਜ਼ਿਆਦਾ ਹੈ ਇਸ ਦਾ ਅੰਦਾਜ਼ਾ ਇਸ ਲਿਸਟ ਤੋਂ ਲਗਾਓ। ਸੰਸਦ ਸਿਰਫ ਨਵਾਂ ਰਾਜ ਹੀ ਨਹੀਂ ਬਣਾ ਸਕਦੀ, ਉਹ ਕਿਸੇ ਵੀ ਰਾਜ ਦਾ ਖੇਤਰਫਲ ਵਧਾ ਸਕਦੀ ਹੈ, ਘਟਾ ਸਕਦੀ ਹੈ, ਉਸ ਦੀਆਂ ਸਰਹੱਦਾਂ ਨੂੰ ਬਦਲ ਸਕਦੀ ਹੈ ਅਤੇ ਇੱਥੋਂ ਤੱਕ ਕਿ ਉਸ ਦਾ ਨਾਮ ਵੀ ਬਦਲ ਸਕਦੀ ਹੈ। ਯਾਨੀ ਕਿ ਪੂਰਾ ਕੰਟਰੋਲ ਕੇਂਦਰ ਕੋਲ ਹੈ। ਠੀਕ ਹੈ, ਇਹਦਾ ਪਤਾ ਲੱਗ ਗਿਆ ਕਿ ਸੰਸਦ ਕੋਲ ਇਹ ਸ਼ਕਤੀ ਹੈ, ਪਰ ਇਹ ਅਸਲ ਵਿੱਚ ਹੁੰਦਾ ਕਿਵੇਂ ਹੈ? ਇਸ ਦੀ ਪ੍ਰਕਿਰਿਆ ਕੀ ਹੈ? ਚਲੋ ਹੁਣ ਉਹ ਦੇਖਦੇ ਹਾਂ। ਪ੍ਰਕਿਰਿਆ ਦੇਖਣ 'ਚ ਤਾਂ ਕਾਫੀ ਸਿੱਧੀ-ਸਾਦੀ ਲੱਗਦੀ ਹੈ। ਸਭ ਤੋਂ ਪਹਿਲਾਂ ਸੰਸਦ ਵਿੱਚ ਇੱਕ ਬਿੱਲ ਲਿਆਂਦਾ ਜਾਂਦਾ ਹੈ। ਉਸ ਤੋਂ ਬਾਅਦ ਰਾਸ਼ਟਰਪਤੀ ਉਸ ਬਿੱਲ ਨੂੰ ਸਬੰਧਿਤ ਰਾਜ ਕੋਲ ਭੇਜਦੇ ਹਨ ਤਾਂ ਕਿ ਉਹ ਆਪਣੀ ਰਾਏ ਦੇ ਸਕਣ ਅਤੇ ਅਖੀਰ ਵਿੱਚ ਸੰਸਦ ਉਸ ਬਿੱਲ ਨੂੰ ਪਾਸ ਕਰਕੇ ਕਾਨੂੰਨ ਬਣਾ ਦਿੰਦੀ ਹੈ। ਪਰ ਅਸਲੀ ਖੇਲ ਇੱਥੇ ਹੈ। ਭਾਵੇਂ ਰਾਜ ਦੀ ਵਿਧਾਨ ਸਭਾ ਨੂੰ ਆਪਣੀ ਰਾਏ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਉਸ ਰਾਏ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਪੂਰੀ ਤਰ੍ਹਾਂ ਸੰਸਦ ਤੇ ਨਿਰਭਰ ਕਰਦਾ ਹੈ। ਰਾਜ ਦੀ ਰਾਏ ਸਿਰਫ ਇੱਕ ਸਲਾਹ ਹੈ, ਕੋਈ ਹੁਕਮ ਨਹੀਂ। ਅੰਤਿਮ ਫੈਸਲਾ ਹਮੇਸ਼ਾ ਸੰਸਦ ਦਾ ਹੀ ਹੁੰਦਾ ਹੈ। ਚੌਥਾ ਹਿੱਸਾ। ਹੁਣ ਇਸ ਕਹਾਣੀ ਦਾ ਸਭ ਤੋਂ ਦਿਲਚਸਪ ਮੋੜ ਆਉਂਦਾ ਹੈ। ਇੱਕ ਅਜਿਹਾ ਕਾਨੂੰਨੀ ਪਹਿਲੂ ਜੋ ਇਸ ਪੂਰੀ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾ ਦਿੰਦਾ ਹੈ ਅਤੇ ਇਹ ਸਾਨੂੰ ਮਿਲਦਾ ਹੈ ਆਰਟੀਕਲ 4 ਵਿੱਚ। ਦੇਖੋ, ਜਦੋਂ ਕਿਸੇ ਰਾਜ ਦੀ ਹੱਦ ਜਾਂ ਨਾਮ ਬਦਲਿਆ ਜਾਂਦਾ ਹੈ ਤਾਂ ਤਕਨੀਕੀ ਤੌਰ ਤੇ ਇਹ ਸੰਵਿਧਾਨ ਵਿੱਚ ਇੱਕ ਬਦਲਾਅ ਹੈ, ਕਿਉਂਕਿ ਰਾਜਾਂ ਦੇ ਨਾਮ ਸੰਵਿਧਾਨ ਵਿੱਚ ਲਿਖੇ ਹੋਏ ਹਨ। ਇਸ ਲਈ ਅਜਿਹੇ ਕਾਨੂੰਨ ਨੂੰ ਇੱਕ ਸੰਵਿਧਾਨਿਕ ਸੋਧ ਹੀ ਮੰਨਿਆ ਜਾਂਦਾ ਹੈ। ਪਰ ਇੱਥੇ ਇੱਕ ਬਹੁਤ ਵੱਡਾ ਪਰ ਹੈ। ਆਮ ਤੌਰ ਤੇ ਸੰਵਿਧਾਨ ਨੂੰ ਬਦਲਣਾ ਕੋਈ ਨਿੱਕੀ-ਮੋਟੀ ਗੱਲ ਨਹੀਂ ਹੁੰਦੀ। ਇਸ ਦੇ ਲਈ ਆਰਟੀਕਲ 368 ਦੇ ਤਹਿਤ ਇੱਕ ਬਹੁਤ ਸਖਤ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਸੰਸਦ ਵਿੱਚ 2/3 ਮੈਂਬਰਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ, ਜੋ ਕਿ ਹਾਸਿਲ ਕਰਨੀ ਬਹੁਤ ਔਖੀ ਹੁੰਦੀ ਹੈ। ਅਤੇ ਇਹੀ ਹੈ ਉਹ ਸ਼ਾਰਟਕਟ। ਰਾਜਾਂ ਦੀਆਂ ਸਰਹੱਦਾਂ ਬਦਲਣ ਵਾਲੀਆਂ ਸੋਧਾਂ ਲਈ ਆਰਟੀਕਲ 368 ਦੀ ਉਸ ਸਖਤ ਪ੍ਰਕਿਰਿਆ ਦੀ ਕੋਈ ਲੋੜ ਨਹੀਂ। ਇਹ ਬਿੱਲ ਇੱਕ ਸਧਾਰਨ ਬਹੁਮਤ ਨਾਲ ਪਾਸ ਹੋ ਸਕਦਾ ਹੈ, ਜਿਵੇਂ ਕੋਈ ਆਮ ਕਾਨੂੰਨ ਪਾਸ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਜਾਣਬੁੱਝ ਕੇ ਰਾਜਾਂ ਨੂੰ ਬਦਲਣਾ ਆਸਾਨ ਬਣਾਇਆ ਸੀ। ਇਹ ਸਭ ਸਿਰਫ ਕਿਤਾਬੀ ਗੱਲਾਂ ਨਹੀਂ ਹਨ, ਇਹ ਅਸਲ ਵਿੱਚ ਹੋਇਆ ਹੈ। ਆਓ ਹੁਣ ਇਸ ਪੂਰੇ ਸਿਧਾਂਤ ਨੂੰ ਇੱਕ ਵੱਡੀ ਇਤਿਹਾਸਿਕ ਘਟਨਾ ਨਾਲ ਜੋੜ ਕੇ ਦੇਖੀਏ ਤਾਂ ਕਿ ਇਹ ਹੋਰ ਵੀ ਸਾਫ਼ ਹੋ ਜਾਵੇ। ਸਾਲ ਸੀ 1956। ਇਹ ਸਾਲ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ। ਇਸੇ ਸਾਲ ਸੰਸਦ ਨੇ ਆਪਣੀ ਇਸੀ ਸ਼ਕਤੀ ਦਾ ਇਸਤੇਮਾਲ ਕਰਕੇ ਰਾਜ ਪੁਨਰਗਠਨ ਐਕਟ ਪਾਸ ਕੀਤਾ। ਇਸ ਇੱਕ ਕਾਨੂੰਨ ਨੇ ਭਾਸ਼ਾ ਦੇ ਆਧਾਰ ਤੇ ਪੂਰੇ ਦੇਸ਼ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਕਈ ਪੁਰਾਣੇ ਰਾਜ ਖਤਮ ਹੋ ਗਏ ਅਤੇ ਕਈ ਬਿਲਕੁਲ ਨਵੇਂ ਬਣਾਏ ਗਏ। ਇਹ ਰਾਜਾਂ ਦੇ ਟੁੱਟਣ ਯੋਗ ਹੋਣ ਦਾ ਸਭ ਤੋਂ ਵੱਡਾ ਅਤੇ ਠੋਸ ਸਬੂਤ ਹੈ।
ਤਾਂ ਹੁਣ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਭਾਰਤ ਇੱਕ ਯੂਨੀਅਨ ਦੇ ਤੌਰ ਤੇ ਤਾਂ ਅਟੁੱਟ ਹੈ, ਇਸ ਨੂੰ ਕੋਈ ਤੋੜ ਨਹੀਂ ਸਕਦਾ, ਪਰ ਇਸ ਦੇ ਅੰਦਰ ਦੇ ਹਿੱਸੇ ਯਾਨੀ ਕਿ ਰਾਜ, ਉਹਨਾਂ ਨੂੰ ਦੇਸ਼ ਦੀ ਲੋੜ ਮੁਤਾਬਿਕ ਬਦਲਿਆ ਜਾ ਸਕਦਾ ਹੈ, ਛੋਟਾ ਵੱਡਾ ਕੀਤਾ ਜਾ ਸਕਦਾ ਹੈ ਜਾਂ ਮੁੜ ਤੋਂ ਬਣਾਇਆ ਜਾ ਸਕਦਾ ਹੈ। ਪਰ ਇਹ ਸਾਨੂੰ ਇੱਕ ਵੱਡੇ ਸਵਾਲ ਤੇ ਛੱਡ ਜਾਂਦਾ ਹੈ। ਕੇਂਦਰ ਦੀ ਰਾਜਾਂ ਨੂੰ ਬਦਲਣ ਦੀ ਇਹ ਸ਼ਕਤੀ ਅਤੇ ਦੂਜੇ ਪਾਸੇ ਰਾਜਾਂ ਦੀ ਆਪਣੀ ਪਛਾਣ, ਇਹਨਾਂ ਦੋਵਾਂ ਵਿਚਕਾਰ ਦਾ ਸੰਤੁਲਨ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਭਵਿੱਖ ਨੂੰ ਕਿਹੋ ਜਿਹਾ ਆਕਾਰ ਦੇਵੇਗਾ, ਇਹ ਸੱਚਮੁੱਚ ਸੋਚਣ ਵਾਲੀ